ਗੁੱਡ ਮਾਰਨਿੰਗ ਟੂ ਆਲ। ਅੱਜ ਅਸੀਂ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਕੀ ਪ੍ਰਭਾਵ ਪੈ ਰਿਹਾ ਸਾਡੇ ਸਮਾਜ ਉੱਤੇ ਅਤੇ ਉਸ 'ਤੇ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 1990 ਉਦਾਰੀਕਰਨ ਕੀ ਸੀ ਅਤੇ ਵਿਸ਼ਵੀਕਰਨ ਕੀ ਸੀ। 1990 ਵਿੱਚ ਭਾਰਤ ਸਰਕਾਰ ਨੇ ਖੇਤੀ ਤੇ ਉਦਯੋਗਾਂ ਦੀ ਨੀਤੀ ਵਿੱਚ ਕਾਫੀ ਬਦਲਾਵ ਕੀਤੇ, ਜਿਸ ਦੇ ਨਾਲ ਸਾਡੀ ਅਰਥ ਵਿਵਸਥਾ ਵਿੱਚ ਸੁਧਾਰ ਆਇਆ। ਉਸ ਨੂੰ ਅਸੀਂ ਉਦਾਰੀਕਰਨ ਕਹਿ ਸਕਦੇ ਹਾਂ, ਜਾਂ ਸਾਫ਼ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਕਿਸੇ ਵਿਅਕਤੀ ਨੂੰ ਸਰਕਾਰ ਜਾਂ ਕਿਸੇ ਹੋਰ ਸ਼ਕਤੀ ਦੀਆਂ ਪਾਬੰਦੀਆਂ ਤੋਂ ਬਿਨਾਂ, ਮਤਲਬ ਸਰਕਾਰ ਦੀਆਂ ਪਾਬੰਦੀਆਂ ਤੋਂ ਬਿਨਾਂ ਉਹ ਆਪਣੀ ਮਰਜ਼ੀ ਨਾਲ ਜਿਵੇਂ ਚਾਹੇ ਜਿੱਥੇ ਚਾਹੇ ਵਪਾਰ ਕਰ ਸਕਦਾ ਹੈ, ਕੁਛ ਵੀ ਉਦਯੋਗ ਲਗਾ ਸਕਦਾ ਹੈ, ਉਹਦੀ ਮਨਜ਼ੂਰੀ ਦਿੱਤੀ ਗਈ ਸੀ ਭਾਰਤ ਸਰਕਾਰ ਨੇ। ਇਸ ਦੇ ਨਾਲ ਭਾਰਤ ਵਿੱਚ ਆਰਥਿਕ ਸਥਿਤੀ ਵਿੱਚ ਵਾਧਾ ਹੋਇਆ, ਕਿਉਂਕਿ ਪਹਿਲਾਂ ਸਰਕਾਰ ਦੀ ਪਰਮਿਸ਼ਨ ਦੇ ਨਾਲ ਹੀ ਕੋਈ ਵੀ ਉਦਯੋਗ, ਕੋਈ ਵੀ ਵਪਾਰ ਚੱਲਦਾ ਸੀ। ਲੇਕਿਨ ਭਾਰਤ ਸਰਕਾਰ ਨੇ 1990 ਵਿੱਚ ਇਹ ਨੀਤੀ ਲਾਗੂ ਕੀਤੀ। ਇਸ ਦਾ ਪਰਫੈਕਟ ਸਮਾਂ 24 ਜੁਲਾਈ 1991 ਵਿੱਚ ਭਾਰਤ ਸਰਕਾਰ ਨੇ ਇਹ ਨੀਤੀ ਲਾਗੂ ਕੀਤੀ, ਜਿਸ ਨੂੰ ਅਸੀਂ ਉਦਾਰੀਕਰਨ ਕਹਿੰਦੇ ਹਾਂ। ਇਸ ਵਿੱਚ ਸਰਕਾਰ ਦੁਆਰਾ ਲਗਾਏ ਗਏ ਪ੍ਰਤੱਖ, ਸਿੱਧੇ ਜਾਂ ਭੌਤਿਕ ਨਿਯੰਤਰਣ ਨੂੰ ਅਰਥ ਵਿਵਸਥਾ ਤੋਂ ਮੁਕਤੀ, ਮਤਲਬ ਸਰਕਾਰ ਨੇ ਜਿੰਨੇ ਵੀ ਪਾਬੰਦੀਆਂ ਭਾਰਤ ਦੇ ਲੋਕਾਂ 'ਤੇ ਲਗਾਈਆਂ ਸੀ ਅਰਥ ਵਿਵਸਥਾ ਤੋਂ ਸੰਬੰਧਿਤ, ਉਹਨਾਂ ਸਾਰੀਆਂ ਨੂੰ ਹਟਾ ਦਿੱਤਾ ਅਤੇ ਉਹਨਾਂ ਨੂੰ ਆਜ਼ਾਦ ਹੋ ਕੇ ਵਪਾਰ ਕਰਨ ਜਾਂ ਕੋਈ ਵੀ ਉਦਯੋਗ ਲਗਾਉਣ ਦੀ ਪਰਮਿਸ਼ਨ ਦੇ ਦਿੱਤੀ, ਜਿਸ ਨੂੰ ਅਸੀਂ ਉਦਾਰੀਕਰਨ ਕਹਿੰਦੇ ਹਾਂ। ਇਸ ਦੇ ਕੀ ਪ੍ਰਭਾਵ ਹੋਏ? ਵਿਦੇਸ਼ੀ ਪੂੰਜੀ ਨਿਵੇਸ਼ਾਂ ਅਤੇ ਉਦਯੋਗਿਕ ਲਾਇਸੈਂਸਾਂ ਉੱਪਰ ਪਾਬੰਦੀਆਂ ਨੂੰ ਸੁਧਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਕੇ ਕੋਈ ਵੀ ਉਦਯੋਗ ਧੰਦਾ ਕਰ ਸਕਦੇ ਹਾਂ, ਪਰ ਉਹਦੇ ਵਾਸਤੇ ਇੱਕ ਲਾਇਸੈਂਸ ਦੀ ਜ਼ਰੂਰਤ ਹੋਊਗੀ। ਤਾਂ ਭਾਰਤ ਸਰਕਾਰ ਇੱਕ ਲਾਇਸੈਂਸ ਦੇ ਆਧਾਰ 'ਤੇ ਉਹਨਾਂ ਨੂੰ ਇਹ ਵਪਾਰ ਕਰਨ ਦੀ ਇਜਾਜ਼ਤ ਦਿੰਦੀ ਹੈ। ਵਪਾਰ ਕਰਨ ਲਈ ਲਾਇਸੈਂਸ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ। ਜਿਹੜੀ ਵਪਾਰ ਕਰਨ ਲਈ ਜੋ ਲਾਇਸੈਂਸ ਚਾਹੀਦਾ ਸੀ ਪਹਿਲਾਂ, ਉਹਨੂੰ ਰੱਦ ਕਰ ਦਿੱਤਾ। ਵਿਦੇਸ਼ਾਂ ਵਿੱਚ ਮੁਦਰਾ ਦਾ, ਪੈਸੇ ਦਾ ਲੈਣ ਦੇਣ ਸ਼ੁਰੂ ਕਰ ਦਿੱਤਾ, ਵੀ ਕੋਈ ਵੀ ਬੰਦਾ ਵਿਦੇਸ਼ਾਂ ਤੋਂ ਪੈਸੇ ਲੈ ਕੇ ਜਾ ਸਕਦਾ ਅਤੇ ਉੱਥੇ ਜਾ ਕੇ ਕਮਾ ਸਕਦਾ ਅਤੇ ਉੱਥੋਂ ਵਾਪਸ ਲਿਆ ਸਕਦਾ। ਪਹਿਲਾਂ ਭਾਰਤ ਸਰਕਾਰ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਉਦਾਰੀਕਰਨ ਦੀ ਨੀਤੀ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਮਨਜ਼ੂਰੀ ਦੇ ਦਿੱਤੀ ਕਿ ਭਾਰਤ ਦਾ ਆਦਮੀ ਉਹ ਕਿੱਥੇ ਵੀ ਜਾ ਕੇ ਕੋਈ ਵੀ ਤਰ੍ਹਾਂ ਦਾ ਧਨ ਕਮਾ ਸਕਦਾ ਹੈ। ਵਿੱਤੀ ਸੰਪਤੀ ਉੱਪਰ ਵੈਲਥ ਟੈਕਸ ਨੂੰ ਖਤਮ, ਜਿਹੜੀ ਆਪਣੀ ਸੰਪਤੀ ਹੁੰਦੀ ਸੀ, ਪਰਸਨਲ ਸੰਪਤੀ ਹੁੰਦੀ ਸੀ, ਭਾਰਤ ਸਰਕਾਰ ਨੇ ਪਹਿਲਾਂ ਉਸ ਉੱਤੇ ਟੈਕਸ ਲਗਾਇਆ ਸੀ। ਲੇਕਿਨ ਇਸ 1991 ਦੇ ਅਧਿਨਿਯਮ ਦੁਆਰਾ ਉਦਾਰੀਕਰਨ ਦੀ ਨੀਤੀ ਨਾਲ ਭਾਰਤ ਵਿੱਚ ਕੋਈ ਵੀ ਵਿਅਕਤੀ ਆਪਣੀ ਸੰਪਤੀ ਰੱਖ ਸਕਦਾ, ਉਸ ਉੱਤੇ ਸਰਕਾਰ ਕੋਈ ਵੀ ਤਰ੍ਹਾਂ ਦਾ ਟੈਕਸ ਨਹੀਂ ਲਗਾਉਂਦੀ। ਉਹ ਉਸਦਾ ਮੌਲਿਕ ਅਧਿਕਾਰ, ਜਾਣੀ ਕਿ ਉਸਦਾ ਆਪਣਾ ਅਧਿਕਾਰ ਹੀ ਹੈ। ਵਿਸ਼ਵੀਕਰਨ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵਿਸ਼ਵੀਕਰਨ ਕੀ ਸੀ। ਇਹ ਵਿਸ਼ਵ ਵਿਆਪੀ ਘਟਨਾ ਹੈ, ਜਾਣੀ ਕਿ ਵਿਸ਼ਵ ਸਤਰ 'ਤੇ ਇੱਕ ਨੀਤੀ ਲਾਗੂ ਕੀਤੀ ਗਈ ਸੀ, ਜਿਸ ਵਿੱਚ ਸੰਚਾਰ, ਵਪਾਰ, ਆਰਥਿਕ ਸੁਧਾਰਾਂ ਦਾ ਅੰਤਰਰਾਸ਼ਟਰੀ ਸ਼ਾਮਲ ਸੀ। ਜਾਣੀ ਕਿ ਇਸ ਵਿੱਚ ਸੰਚਾਰ ਦੇ ਵਿੱਚ ਸੁਧਾਰ ਕਰਨਾ, ਵਪਾਰ ਦੇ ਵਿੱਚ ਆਰਥਿਕ, ਜਾਣੀ ਕਿ ਆਰਥਿਕ ਰੂਪ 'ਤੇ ਸੁਧਾਰ ਕਰਨ ਵਿੱਚ ਜਿਵੇਂ ਉਦਾਰੀਕਰਨ ਦੀ ਨੀਤੀ ਵਿੱਚ ਭਾਰਤ ਸਰਕਾਰ ਨੇ ਲਾਗੂ ਕੀਤੀ ਸੀ। ਇਸ ਵਿੱਚ ਅੰਤਰਰਾਸ਼ਟਰੀ ਸਤਰ ਤੇ ਕਿਹਾ ਸੀ ਵੀ ਕਿਸੇ ਵੀ ਬੰਦੇ ਨੂੰ, ਮਤਲਬ ਭਾਰਤ ਸਰਕਾਰ ਨੂੰ ਕਦੋਂ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਪਵੇ ਤਾਂ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ, ਜਾਣੀ ਕਿ ਉਹਨਾਂ ਦਾ ਰਾਸ਼ਟਰੀਕਰਨ ਸ਼ਾਮਲ ਸੀ। ਇਸ ਲਈ ਕੌਣ ਹੈ? ਜਿਵੇਂ ਵਿਸ਼ਵ ਬੈਂਕ ਕਿਸੇ ਵੀ ਦੇਸ਼ ਨੂੰ, ਵਿਸ਼ਵ ਬੈਂਕ ਮਤਲਬ ਸੰਸਾਰ ਦਾ ਇਹੋ ਜਿਹਾ ਬੈਂਕ ਆ ਜੋ ਸਾਰੇ ਦੇਸ਼ਾਂ ਨੂੰ ਕਰਜ਼ੇ ਸੰਬੰਧੀ, ਪੈਸੇ ਸੰਬੰਧੀ ਉਹਨਾਂ ਦੀ ਸਹਾਇਤਾ ਕਰਦਾ, ਕਿਉਂਕਿ ਜਦੋਂ ਵੀ ਕਿਸੇ ਵੀ ਦੇਸ਼ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਵਿਸ਼ਵ ਬੈਂਕ ਤੋਂ ਉਧਾਰ ਲੈਂਦਾ ਹੈ। ਇਹ ਵਿਸ਼ਵ ਬੈਂਕ ਕਿਸੇ ਵੀ ਸਮੱਸਿਆ ਨੂੰ ਸਮਾਧਾਨ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ, ਇਹ ਵੀ ਮਤਲਬ ਇੱਕ ਤਰ੍ਹਾਂ ਦਾ ਪੈਸੇ ਦੀ ਲੈਣ ਦੇਣ ਕਰਨ ਵਾਲੀ ਸੰਸਥਾ ਹੈ, ਜੋ ਵਿਸ਼ਵ ਵਿਆਪੀ ਸੰਗਠਨ ਦੇ ਸਮੇਂ ਜੋ ਕਿਸੇ ਨੂੰ ਵੀ ਸੰਕਟ ਆਉਂਦਾ ਤਾਂ ਉਸ ਵਿੱਚ ਉਹ ਸਹਾਇਤਾ ਕਰਦੀ ਹੈ। ਵਿਸ਼ਵ ਵਪਾਰ ਸੰਗਠਨ, ਇਹ ਵਿਸ਼ਵ ਵਪਾਰ ਸੰਗਠਨ ਸਾਰੇ ਦੇਸ਼ਾਂ ਨੂੰ ਆਪਸੀ ਵਪਾਰ ਕਰਨ ਦੀ ਅਨੁਮਤੀ ਦਿੱਤੀ ਸੀ, ਵੀ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਵਪਾਰ ਕਰਕੇ ਆਪਣੀ ਆਰਥਿਕ ਵਿਵਸਥਾ ਦਾ ਸੁਧਾਰ ਕਰ ਸਕਦਾ ਹੈ। ਵਿਸ਼ਵੀਕਰਨ ਦੇ ਚੰਗੇ ਪ੍ਰਭਾਵ ਵੀ ਪਏ ਸੀ ਅਤੇ ਮਾੜੇ ਪ੍ਰਭਾਵ ਵੀ ਪਏ ਸੀ। ਚੰਗੇ ਪ੍ਰਭਾਵਾਂ 'ਚ ਕੀ ਸੀ? ਵਿਸ਼ਵੀਕਰਨ ਤੋਂ ਬਿਨਾਂ ਅੰਤਰਰਾਸ਼ਟਰੀ ਮਾਰਕੀਟ ਵਿੱਚ ਉਤਪਾਦਾਂ ਦੀ ਖਰੀਦ ਅਤੇ ਵਿਕਰੀ ਰਾਹੀਂ ਆਰਥਿਕ ਖੁਸ਼ਹਾਲੀ ਲਿਆਂਦੀ ਗਈ। ਵਿਸ਼ਵੀਕਰਨ ਦੁਆਰਾ ਜੋ ਅੰਤਰਰਾਸ਼ਟਰੀ ਸਤਰ 'ਤੇ ਸੀ, ਇੱਕ ਦੂਜੇ ਨਾਲ ਉਤਪਾਦ ਖਰੀਦਦੇ ਸੀ, ਵੇਚਦੇ ਸੀ। ਇਹ ਵਿਕਰੀ ਨਾਲ ਵਧੀਆ ਆਰਥਿਕ ਵਿਵਸਥਾ ਦਾ ਢਾਂਚਾ ਵਧੀਆ ਹੋਇਆ। ਸਰਕਾਰ ਅਤੇ ਕੰਪਨੀਆਂ ਸੰਪਰਦਾਇਕ ਵਿੱਚ, ਜਿਵੇਂ ਸਰਕਾਰ ਨੇ ਕੰਪਨੀਆਂ ਜੋ ਅਨਿਆਂ ਸੰਪਰਦਾਇ ਸੀ ਵਪਾਰ ਕਰਨ ਲਈ, ਉਹਨਾਂ ਦੇ ਵਿੱਚ ਗਹਿਰੇ ਸੰਬੰਧ ਸਥਾਪਿਤ ਹੋ ਗਏ, ਉਹ ਇਕੱਠੀਆਂ ਮਿਲ ਕੇ ਕੰਮ ਕਰਨ ਲੱਗੀਆਂ। ਵਪਾਰੀਆਂ ਨੂੰ ਵਿਸ਼ਵੀਕਰਨ ਦੇ ਵਧੇਰੇ ਮੰਡੀ, ਜਿਹੜੇ ਵਪਾਰੀ ਸੀ ਵਿਸ਼ਵੀਕਰਨ ਦੇ ਨਾਲ ਉਹਨਾਂ ਨੂੰ
ਮੰਡੀਆਂ ਦਾ ਲਾਭ ਮਿਲਿਆ, ਕਿਉਂਕਿ ਉਹਨਾਂ ਨੂੰ ਅਨੁਮਤੀ ਦਿੱਤੀ ਕਿ ਉਹ ਕਿਤੇ ਵੀ ਜਾ ਕੇ ਵਪਾਰ ਕਰ ਸਕਦੇ ਸੀ ਜਿੱਥੇ ਉਹਨਾਂ ਨੂੰ ਫਾਇਦਾ ਹੁੰਦਾ ਸੀ। ਵਿਸ਼ਵੀਕਰਨ ਦੇ ਮਾੜੇ ਪ੍ਰਭਾਵ। ਵਿਸ਼ਵੀਕਰਨ ਦੇ ਨਾਲ ਵਪਾਰ ਦਾ ਦੁਨੀਆ ਵਿੱਚ ਮੁਕਾਬਲਾ ਸੀ ਜਿਹੜਾ ਬਹੁਤ ਤੇਜ਼ ਹੋ ਗਿਆ। ਲੋਕ ਆਪਣੇ ਤੋਂ ਨਿੰਮ ਵਿਅਕਤੀਆਂ ਨੂੰ ਕੁਛ ਨਹੀਂ ਸਮਝਦੇ ਸੀ। ਉਹ ਸਿਰਫ ਕੱਚਾ ਮਾਲ ਪ੍ਰਾਪਤ ਕਰਕੇ ਉਹਨਾਂ ਨੂੰ ਵੇਚਣ ਅਤੇ ਪੈਸਾ ਕਮਾਉਣ ਦੀ ਲਾਲਸਾ ਵਿੱਚ ਹੀ ਰਹਿੰਦੇ ਸੀ। ਆਮ ਇਨਸਾਨੀਅਤ ਖਤਮ ਹੋ ਗਈ ਸੀ। ਇਹ ਵਿਸ਼ਵੀਕਰਨ ਦੇ ਨਾਲ ਹੋਇਆ ਸੀ, ਕਿਉਂਕਿ ਵਿਸ਼ਵੀਕਰਨ ਦੇ ਨਾਲ ਸਰਕਾਰ ਨੇ ਅਨੁਮਤੀ ਦਿੱਤੀ ਸੀ ਕਿ ਉਹ ਆਦਮੀ ਕਿਤੇ ਵੀ ਜਾ ਕੇ ਵਪਾਰ ਕਰ ਸਕਦਾ ਹੈ। ਅੰਤਰਰਾਸ਼ਟਰੀ ਜਨਸੰਖਿਆ ਦੇ ਕੁਝ ਭਾਗਾਂ ਨਾਲ ਜੀਵਨ ਉੱਚਾ ਚੁੱਕਿਆ, ਜਿਵੇਂ ਗਰੀਬ ਤੋਂ ਨਿਮਨ ਵਰਗ ਲਈ ਲੋਕਾਂ ਲਈ ਵੱਡੀ ਆਰਥਿਕ ਅਸਮਾਨਤਾ ਪੈਦਾ ਕਰਦੀ, ਕਿਉਂਕਿ ਜਿਹੜੇ ਅਮੀਰ ਸੀ ਉਹ ਹੋਰ ਅਮੀਰ ਹੁੰਦੇ ਜਾ ਰਹੇ ਸੀ ਪੈਸਾ ਕਮਾ ਕੇ। ਜੋ ਗਰੀਬ ਸੀ ਉਹ ਹੋਰ ਗਰੀਬ ਹੋ ਰਹੇ ਸੀ, ਕਿਉਂਕਿ ਅਮੀਰ ਗਰੀਬਾਂ ਨਾਲ ਸ਼ੋਸ਼ਣ ਕਰ ਰਹੇ ਸੀ। ਇਹ ਪ੍ਰਭਾਵ ਵਿਸ਼ਵੀਕਰਨ ਦੇ ਮਾੜੇ ਪ੍ਰਭਾਵ ਪਏ। ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਪ੍ਰਭਾਵ। ਇਹਨਾਂ ਦੇ ਜੋ ਉਦਾਰੀਕਰਨ ਅਤੇ ਵਿਸ਼ਵੀਕਰਨ ਸੀ ਉਹਨਾਂ ਦਾ ਉਦਯੋਗਾਂ ਉੱਪਰ ਕੀ ਪ੍ਰਭਾਵ ਪਿਆ, ਖੇਤੀਬਾੜੀ ਦੇ ਉੱਪਰ ਕੀ ਪ੍ਰਭਾਵ ਪਿਆ ਅਤੇ ਸਮਾਜ ਉੱਪਰ ਕੀ ਪ੍ਰਭਾਵ ਪਿਆ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਉਦਯੋਗਾਂ ਉੱਪਰ ਕੀ ਪ੍ਰਭਾਵ ਪਿਆ। ਉਦਯੋਗਾਂ ਉੱਪਰ ਪਿਆ, ਵੱਖ-ਵੱਖ ਖੇਤਰਾਂ ਵਿੱਚ ਵੱਡੇ ਉਦਯੋਗ ਸਥਾਪਿਤ ਹੋ ਗਏ, ਕਿਉਂਕਿ ਅਲੱਗ-ਅਲੱਗ ਸਾਰੇ ਖੇਤਰਾਂ ਵਿੱਚ ਅਲੱਗ-ਅਲੱਗ ਉਦਯੋਗ ਸਥਾਪਿਤ ਹੋ ਗਏ। ਇਸ ਦੇ ਨਾਲ ਆਰਥਿਕ ਪੱਖ ਮਜ਼ਬੂਤ ਹੋ ਗਿਆ, ਕਿਉਂਕਿ ਜਦੋਂ ਸਾਡੀ ਆਮਦਨ ਵਿੱਚ ਵਾਧਾ ਹੁੰਦਾ ਤਾਂ ਆਰਥਿਕ ਪੱਖ ਮਜ਼ਬੂਤ ਹੋ ਜਾਂਦਾ ਹੈ। ਉਦਯੋਗ ਸਥਾਪਿਤ ਹੋਣ ਦੇ ਨਾਲ ਢੋਟਵਾਈ ਅਤੇ ਸੰਚਾਰ ਦੇ ਜਿਹੜੇ ਢੋਟਵਾਈ ਸੀ ਅਤੇ ਪਿਛੜੇ ਹੋਏ ਖੇਤਰ ਸੀ ਜਿੱਥੇ ਕੁਛ ਵੀ ਨਹੀਂ ਪਹੁੰਚਦਾ ਸੀ, ਉੱਥੇ ਵੀ ਉਦਯੋਗਾਂ ਦੇ ਨਾਲ ਉਹ ਸਹੂਲਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਉਦਯੋਗਿਕ ਖੇਤਰ ਦੇ ਨਾਲ ਰੁਜ਼ਗਾਰ ਮਿਲਿਆ, ਕਿਉਂਕਿ ਬੇਰੁਜ਼ਗਾਰੀ ਖਤਮ ਹੋ ਗਈ। ਉਦਯੋਗਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਕੰਮ ਕਰਨ ਦੀ ਜ਼ਰੂਰਤ ਹੁੰਦੀ ਸੀ। ਇਸ ਨਾਲ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ ਅਤੇ ਉਹਨਾਂ ਦੀ ਗਰੀਬੀ ਦੂਰ ਹੋ ਗਈ ਅਤੇ ਉਹਨਾਂ ਦੀ ਬੇਰੁਜ਼ਗਾਰੀ ਖਤਮ ਹੋ ਗਈ। ਪਿਛੜੇ ਖੇਤਰਾਂ ਵਿੱਚ ਸਥਾਪਿਤ ਹੋ ਰਹੇ ਉਦਯੋਗਾਂ ਉੱਥੋਂ ਦਾ ਜੀਵਨ ਸੁਧਾਰਨ ਲੱਗੇ, ਕਿਉਂਕਿ ਜਿਹੜੇ ਪਿਛੜੇ ਖੇਤਰ ਦੇ ਵਿੱਚ ਉਦਯੋਗ ਹੋ ਰਹੇ ਸੀ ਉੱਥੇ ਉਹਨਾਂ ਨੂੰ ਨੌਕਰੀ ਦੇ ਨਾਲ ਉਹਨਾਂ ਦਾ ਜੀਵਨ ਪੱਧਰ ਵੀ ਸੁਧਰਨ ਲੱਗਿਆ। ਖੇਤੀਬਾੜੀ ਉੱਤੇ ਕੀ ਪ੍ਰਭਾਵ ਪਏ। ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਲ ਖੇਤੀ ਦੀ ਜਿਹੜਾ ਉਪਜਾਊ ਜ਼ਮੀਨ ਸੀ ਉਹਦੇ ਵਿੱਚ ਹੋਰ ਉਪਜਾਊ ਬਦਲ ਕੇ ਨਵੀਆਂ ਤਕਨੀਕਾਂ ਨਾਲ ਅਧਿਕ ਮਾਤਰਾ 'ਚ ਫਸਲ ਪੈਦਾ ਹੋਣ ਲੱਗੀ। ਜਿੱਥੇ ਫਸਲ ਪੈਦਾ ਨਹੀਂ ਹੁੰਦੀ ਸੀ, ਬੰਜਰ ਭੂਮੀ ਸੀ, ਉੱਥੇ ਨਵੀਆਂ ਤਕਨੀਕਾਂ ਦੇ ਨਾਲ ਦੁਬਾਰਾ ਭੂਮੀ ਨੂੰ ਉਪਜਾਊ ਬਣਾਇਆ ਗਿਆ ਅਤੇ ਹੋਰ ਅਧਿਕ ਮਾਤਰਾ 'ਚ ਖੇਤੀ ਨਾਲ ਅਨਾਜ ਪ੍ਰਾਪਤ ਕੀਤਾ ਗਿਆ। ਅਨਾਜ ਦੇ ਉਤਪਾਦਨ ਵਿੱਚ ਵਾਧਾ ਹੋਇਆ, ਕਿਉਂਕਿ ਜਦੋਂ ਅਧਿਕ ਮਾਤਰਾ 'ਚ ਫਸਲ ਪੈਦਾ ਹੁੰਦੀ ਹੈ ਅਤੇ ਅਨਾਜ ਦੇ ਵਿੱਚ ਵਾਧਾ ਹੁੰਦਾ ਹੈ। ਅਤੇ ਵਿਦੇਸ਼ੀ ਮੁਦਰਾ ਕਮਾਉਣ ਲਈ ਵਾਧੂ ਅਨਾਜ ਖੁੱਲ੍ਹੀ ਮੰਡੀ ਵਿੱਚ ਵੇਚਿਆ ਜਾਂਦਾ ਸੀ। ਉਸ ਨੂੰ ਜੋ ਵੀ ਉਹ ਅਨਾਜ ਪੈਦਾ ਕਰਦੇ ਸੀ ਉਸ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਿਆ ਜਾਂਦਾ ਅਤੇ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ, ਜਿਸ ਦੇ ਨਾਲ ਖੇਤੀ ਨੂੰ ਬੜਾਵਾ ਮਿਲਿਆ। ਖੇਤੀ ਵਿੱਚ ਹੋਰ ਭੂਮਿਕਾ। ਖੇਤੀ ਵਿੱਚ ਕਿਸਾਨ ਫਸਲਾਂ ਤੋਂ ਇਲਾਵਾ ਸਬਜ਼ੀਆਂ, ਫਲ, ਮਸਾਲੇ ਆਦਿ ਦੀ ਵੀ ਖੇਤੀ ਕਰਨ ਲੱਗੇ, ਕਿਉਂਕਿ ਅੰਤਰਰਾਸ਼ਟਰੀ ਸਤਰ 'ਤੇ ਇਸ ਚੀਜ਼ ਦੀ ਬਹੁਤ ਜ਼ਿਆਦਾ ਮੰਗ ਸੀ। ਉਹ ਇਹੋ ਜਿਹੀਆਂ ਚੀਜ਼ਾਂ ਵੇਚਦੇ ਸੀ ਅਤੇ ਉਹਨਾਂ ਨੂੰ ਇਸ ਨਾਲ ਜ਼ਿਆਦਾ ਮੁਨਾਫਾ ਹੁੰਦਾ ਸੀ। ਸਮਾਜਿਕਤਾ ਉੱਪਰ ਕੀ ਪ੍ਰਭਾਵ ਪਏ। ਵਿਸ਼ਵੀਕਰਨ ਦੇ ਵਿਕਸਿਤ ਹੋਣ ਨਾਲ ਬਹੁਤ ਸਾਰੇ ਦੇਸ਼ਾਂ ਨੇ, ਜਿਹੜੇ ਵਿਕਸਿਤ ਦੇਸ਼ ਹੋ ਰਹੇ ਸੀ ਉਹਨਾਂ ਦੇ ਵਿਦਿਆਰਥੀ ਆਪਣੇ ਦੇਸ਼ ਭਾਰਤ ਵਿੱਚ ਸਿੱਖਿਆ ਪ੍ਰਾਪਤ ਕਰਨ ਆ ਰਹੇ ਸੀ। ਭਾਰਤ ਦੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਵਿਕਾਸਸ਼ੀਲ ਦੇਸ਼ਾਂ ਵੱਲ ਜਾ ਰਹੇ ਸਨ। ਇਸ ਦੇ ਨਾਲ ਉਹ ਸਿੱਖਿਆ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਢਾਂਚੇ ਨੂੰ ਬਹੁਤ ਵਧੀਆ ਢੰਗ ਨਾਲ ਕਰ ਰਹੇ ਸੀ, ਜਿਸ ਦੇ ਨਾਲ ਬਾਲ ਮੌਤ ਦੀ ਦਰ ਘਟੀ ਅਤੇ ਜੀਵਨ ਕਾਲ ਵਿੱਚ ਵਾਧਾ ਹੋਇਆ, ਕਿਉਂਕਿ ਉਹ ਵਧੀਆ ਸਾਰੀਆਂ ਸਹੂਲਤਾਂ ਮਿਲਦੀਆਂ ਸੀ। ਉਹਨੂੰ ਸਿਹਤ ਸੰਬੰਧੀ ਸਹੂਲਤਾਂ ਮਿਲਦੀਆਂ ਸੀ, ਜਿਹਦੇ ਵਿੱਚ ਬਾਲ ਮੌਤ ਦਰ ਨੂੰ ਕਮੀ ਆਈ ਅਤੇ ਜੀਵਨ ਕਾਲ ਵਿੱਚ ਵਾਧਾ ਹੋਇਆ। ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਭਾਰਤ ਵਿੱਚ ਆ ਕੇ ਆਪਣੇ ਉਦਯੋਗ ਧੰਦੇ ਸਥਾਪਿਤ ਕੀਤੇ, ਜਿਸ ਦੇ ਨਾਲ ਭਾਰਤ ਦੇ ਲੋਕਾਂ ਨੂੰ ਰੁਜ਼ਗਾਰ ਦੇ ਅਵਸਰ ਮਿਲੇ। ਉਹਨਾਂ ਨੇ ਆਪਣੇ ਦੂਸਰੇ ਕਾਰਜ ਛੱਡ ਕੇ ਉਦਯੋਗਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਨਾਲ ਉਹਨਾਂ ਨੂੰ ਆਰਥਿਕ ਸੰਕਟ ਠੀਕ ਹੋ ਗਏ ਅਤੇ ਉਹਨਾਂ ਦੇ ਪਰਿਵਾਰ ਦੀ ਸਥਿਤੀ ਵੀ ਵਧੀਆ ਹੋ ਗਈ ਅਤੇ ਉਹਨਾਂ ਨੂੰ ਕੰਪਨੀਆਂ ਨੇ ਸਵਸਥ ਵਾਤਾਵਰਨ ਅਤੇ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰਦੀਆਂ ਸਨ, ਕਿਉਂਕਿ ਉਹਨਾਂ ਨੂੰ ਰਹਿਣ ਸਹਿਣ ਦਾ ਪ੍ਰਬੰਧ ਵੀ ਉਹ ਸਵੈਮ ਹੀ ਕਰਦੀਆਂ ਸਨ।